ਵਾਹਿਗੁਰੂ ਸਾਹਿਬ ਜੀ। ਦੰਡੋਤ ਵੰਦਨ ਕਵਾਰ ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅਗਮ ਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਕਹਾਂ ਬੁੱਧ ਪ੍ਰਭ ਤੁਛ ਹਮਾਰੇ, ਵਰਨ ਸਕੈ ਮਹਿਮਾ ਜੋ ਤਿਹਾਰੇ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਪਿਤਾ ਜਨਮ ਜਿਮ ਪੂਤ ਨ ਪਾਵੈ, ਕਹਾਂ ਤਵਣ ਕਾ ਭੇਦ ਬਤਾਵੈ। ਕਹਾਂ ਲਗਏ ਕੀਟ ਬਖਾਨੈ, ਮਹਿਮਾ ਤੋਰ ਤੂੰ ਹੀ ਪ੍ਰਭ ਜਾਨੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾਂ। ਕਰਨ ਕਰਾਵਣ ਹਾਰ ਪ੍ਰਭ ਦਾਤਾ, ਪਾਰ ਬ੍ਰਹਮ ਪ੍ਰਭ ਸੁਆਮੀ। ਸਗਲੇ ਜੀ ਕੀਏ ਦਿਆਲਾ, ਸੋ ਪ੍ਰਭ ਅੰਤਰਜਾਮੀ। ਮੇਰਾ ਗੁਰ ਹੋਆ ਆਪ ਸਹਾਈ, ਸੂਖ ਸਹਿਜ ਆਨੰਦ ਮੰਗਲ ਰਸ। ਅਚਰਜ ਭਈ ਵਡਾਈ ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਸਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਦਾ ਮਹਾਨ ਪ੍ਰਕਾਸ਼ ਮਹਾਨ ਚਾਨਣ ਸਾਰੇ ਹੀ ਸੰਸਾਰ ਦੇ ਵਿੱਚ ਵਿਦਿਤ ਹੋ ਰਿਹਾ ਹੈ, ਪ੍ਰਗਟ ਹੋ ਰਿਹਾ ਹੈ। ਪਰ ਇਸ ਪ੍ਰਕਾਸ਼ ਤੋਂ ਚਾਨਣ ਤੋਂ ਲਾਹਾ ਉਹੀ ਪ੍ਰਾਪਤ ਕਰਦਾ ਹੈ ਜਿਹਦੇ ਤੇ ਉਸ ਵਾਹਿਗੁਰੂ ਦੀ ਦਰਗਾਹੀ ਬਖਸ਼ਿਸ਼ ਹੁੰਦੀ ਹੈ। ਨਹੀਂ ਤਾਂ ਜਿਵੇਂ ਸੂਰਜ ਦੇ ਚਾਨਣ ਤੋਂ ਘੁੱਗੂ ਅਤੇ ਚੰਮ ਚੜਿਕ ਜਿਹੜੇ ਨੇ ਉਹ ਲਾਹਾ ਨਹੀਂ ਲੈ ਸਕਦੇ। ਐਸੀ ਬਿਰਤੀ ਦੇ ਜਿਹੜੇ ਲੋਕ ਹੁੰਦੇ ਨੇ ਉਹ ਗੁਰਬਾਣੀ ਤੋਂ ਵੀ ਲਾਹਾ ਨਹੀਂ ਲੈ ਸਕਦੇ। ਭਾਈ ਗੁਰਦਾਸ ਜੀ ਨੇ ਇਹਨਾਂ ਅਵਸਥਾ ਨੂੰ ਆਪਣੀ ਬਾਣੀ ਦੇ ਵਿੱਚ ਬਿਆਨ ਕੀਤਾ ਹੈ। ਸੋ ਸਤਿਗੁਰੂ ਜੀ ਦੀ ਪਾਵਨ ਬਾਣੀ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਾਂਗੇ, ਵਿਚਾਰਾਂਗੇ ਔਰ ਆਪਣੇ ਜੀਵਨ ਦੇ ਵਿੱਚ ਧਾਰਨ ਕਰਾਂਗੇ ਤਾਂ ਗੁਰਬਾਣੀ ਦਾ ਮਹਾਨ ਪ੍ਰਕਾਸ਼ ਸਾਡੇ ਜੀਵਨ ਨੂੰ ਰੁਸ਼ਨਾਵੇਗਾ, ਸਾਡੇ ਜੀਵਨ ਨੂੰ ਸੋਹਣਾ ਬਣਾ ਦੇਵੇਗਾ। ਸਤਿਗੁਰੂ ਦੀ ਕਿਰਪਾ ਸਦਕਾ ਗੁਰਬਾਣੀ ਦੀ ਪਾਵਨ ਕਥਾ ਜੋ ਲੜੀਵਾਰ ਇਸ ਪਾਵਨ ਸਥਾਨ 'ਤੇ ਚੱਲ ਰਹੀ ਹੈ। ਗੁਰਬਾਣੀ ਦੁਆਰਾ ਸਾਨੂੰ ਕੀ ਸਤਿਗੁਰੂ ਜੀ ਪ੍ਰਕਾਸ਼ ਚਾਨਣ ਸੂਝੀ ਜਿਹੜਾ ਹੈ ਉਹ ਬਖਸ਼ ਰਹੇ ਹਨ। ਆਓ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸੋਠ ਰਾਗ ਦੇ ਵਿੱਚ ਚੱਲ ਰਹੀ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਪਰਮਾਤਮਾ ਵਾਹਿਗੁਰੂ ਨਿਰੰਕਾਰ ਜੋ ਸਾਰਾ ਕੁਝ ਕਰਨ ਕਰਾਉਣ ਵਾਲਾ ਹੈ, ਸਰਵ ਕਲਾ ਸਮਰੱਥ ਹੈ,
ਉਸ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਹੀ ਜੀਵ ਦਾ ਜੀਵਨ ਆਨੰਦਮਈ ਹੋ ਸਕਦਾ ਹੈ। ਪਰ ਉਹ ਕਿਵੇਂ ਹੋਵੇਗਾ? ਪੂਰੇ ਗੁਰੂ ਦੁਆਰਾ ਹੀ ਨਾਮ ਨਾਲ ਜੁੜਿਆ ਜਾ ਸਕਦਾ ਹੈ। ਭਾਵੇਂ ਆਪਾਂ ਵੇਖਦੇ ਹਾਂ ਸਾਨੂੰ ਸੰਸਾਰਕ ਤੌਰ 'ਤੇ ਵੀ ਆਪਾਂ ਕੁਝ ਪ੍ਰਾਪਤ ਕਰਨਾ, ਗਿਆਨ ਲੈਣਾ, ਅਤੇ ਉਹਦੇ ਵਾਸਤੇ ਵੀ ਸਾਨੂੰ ਗੁਰੂ ਦੀ, ਉਸਤਾਦ ਦੀ, ਟੀਚਰ ਦੀ ਲੋੜ ਹੁੰਦੀ ਹੈ। ਭਾਵੇਂ ਜਿਹੜੀਆਂ ਕਿਤਾਬਾਂ ਨੇ, ਬੁੱਕਸ ਨੇ, ਦੁਕਾਨਾਂ ਭਰੀਆਂ ਹੋਈਆਂ ਨੇ, ਪਰ ਆਪਾਂ ਉੱਥੋਂ ਕਿਤਾਬਾਂ ਖਰੀਦ ਕੇ ਡਾਇਰੈਕਟਰੀ ਤੌਰ 'ਤੇ ਉਹਨਾਂ ਤੋਂ ਲਾਭ ਨਹੀਂ ਲੈ ਸਕਦੇ ਜਦੋਂ ਤੱਕ ਆਪਾਂ ਕਿਸੇ ਟੀਚਰ ਦੇ ਕੋਲ, ਕਿਸੇ ਉਸਤਾਦ ਦੇ ਕੋਲ ਜਾ ਕੇ ਬੈਠ ਕੇ ਪੜ੍ਹਦੇ ਨਹੀਂ। ਇਸੇ ਤਰ੍ਹਾਂ ਗੁਰਮੁਖੋ ਪੂਰੇ ਗੁਰੂ ਨਾਲ ਜੁੜ ਕੇ ਹੀ ਸਾਨੂੰ ਪਰਮਾਤਮਾ ਦੇ ਹੋਂਦ ਦਾ, ਪਰਮਾਤਮਾ ਦੀ ਹਸਤੀ ਦਾ ਗਿਆਨ ਹੁੰਦਾ ਹੈ, ਔਰ ਮਨੁੱਖ ਉਸ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਫਿਰ ਲਾਹਾ ਲੈਂਦਾ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸੋਝੀ, ਇਹ ਸਮਝ ਸਾਨੂੰ ਬਖਸ਼ ਰਹੇ ਹਨ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਸੋਠ ਮਹੱਲਾ ਪੰਜਵਾਂ। ਕਰਨ ਕਰਾਵਣ ਹਾਰ ਪ੍ਰਭ ਦਾਤਾ, ਪਾਰ ਬ੍ਰਹਮ ਪ੍ਰਭ ਸੁਆਮੀ। ਸੋਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਫੁਰਮਾਨ ਕਰ ਰਹੇ ਨੇ, ਕਰਨ ਕਰਾਵਣ ਹਾਰ ਪ੍ਰਭ ਦਾਤਾ। ਉਹ ਵਾਹਿਗੁਰੂ ਪਰਮਾਤਮਾ ਆਪ ਵੀ ਕਰਨ ਵਾਲਾ ਹੈ, ਅਤੇ ਜਿਹੜੇ ਮਰਜ਼ੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਉਹਦੇ ਕੋਲੋਂ ਵੀ ਜੋ ਮਰਜ਼ੀ ਕਰਾ ਲਵੇ। ਵਾ ਸਾਰੇ ਜੀਵਾਂ ਕੋਲੋਂ ਜੋ ਕਾਰ ਕਰਾ ਰਿਹਾ ਹੈ ਉਹ ਵਾਹਿਗੁਰੂ ਆਪ ਹੀ ਕਰਾ ਰਿਹਾ ਹੈ। ਕਰਨ ਕਰਾਵਣ ਹਾਰ ਪ੍ਰਭ ਦਾਤਾ। ਪ੍ਰਭ ਵਾਹਿਗੁਰੂ ਪਰਮਾਤਮਾ ਜੋ ਪਰਮੇਸ਼ਵਰ ਹੈ, वो दाता देने वाला दाता है। पार ब्रह्म प्रभ स्वामी, पार ब्रह्म है, परे तो परे प्रकाश रूप परमात्मा सारियां दा मालक है, प्रभता दे सहित है, तां उहनूं प्रभ आखिया गया है। मनुख आपां वेखदे हां जिवें कोई राजा होवे, उस समय जदों वो राजा हुंदा उहदे नाल उहदी प्रभता हुंदी है, वडियाई हुंदी है। पर जदों वो राज गद्दी तो ला दिता जावे, उहदी वो प्रभता खत्म हो जाती, उहदी वो वडियाई खत्म हो जाती है। जां जदों वो राजा नहीं सी बनिया उदों भी उहदे कोल प्रभता, वो वडियाई नहीं सी। जिवें कोई अफसर है, अफसर बनन तो पहलां वो कोई विद्यार्थी सी, उस समय उहदी कोई पुछगिछ नहीं सी। हुण अफसर बन गया है, हुण उहदी पुछगिछ हुंदी है, सत्कार हुंदा है। जिस दिन रिटायर हो गया उहदी वो पुछगिछ, वो सत्कार खत्म हो जाएगा। वाहिगुरू निरंकार वो सदा ही प्रभता दे सहित है, सदा ही वडियाई दे सहित है। उहदी वडियाई ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਅੱਗੇ ਵੀ ਹੋਵੇਗੀ। ਉਹਦੀ ਵਡਿਆਈ ਕਦੇ ਖਤਮ ਨਹੀਂ ਹੁੰਦੀ। ਤਾਂ ਹੀ ਤੇ ਮਹਾਰਾਜ ਜਪਜੀ ਸਾਹਿਬ ਵਿੱਚ ਆਖਿਆ ਕਿ ਵਾਹਿਗੁਰੂ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਕਿਹਦਾ ਥਾਪਿਆ ਹੋਇਆ ਨਹੀਂ, ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ ਹੈ। ਜਿਹਨੂੰ ਦੁਨੀਆ ਥਾਪਦੀ ਹੈ, ਦੁਨੀਆ ਉਸ ਨੂੰ ਗੱਦੀ ਤੋਂ ਲਾਹ ਵੀ ਦਿੰਦੀ ਹੈ। ऐसा वो वाहिगुरू निरंकार सगल जी किए दयाला, सो प्रभ अंतर जामी। सारे जीव उस वाहिगुरू ने पैदा किए ने, वो दयालु है। ऐसा वो वाहिगुरू निरंकार अंतर जामी है, सारियां दे अंदर दी वस्तां नूं जाणदा है। मेरा गुर होआ आप सहाई। ऐसे अकाल पुरख वाहिगुरू नाल जुड़न विच मेरा गुरु सहायक होया है। ऐसे अकाल पुरख वाहिगुरू नाल सारियां ने ही जुड़ना है। देखो धन गुरु नानक देव जी महाराज मक्के मदीने तक गए,
ਸਾਰੀ ਦੁਨੀਆ ਦਾ ਉਹਨਾਂ ਨੇ ਭਰਮਣ ਕੀਤਾ ਤੇ ਜਿੱਥੇ ਜਿੱਥੇ ਜਿਹੜੇ ਜਿਹੜੇ ਧਰਮ ਦੇ ਲੋਕ ਮਿਲੇ ਮਹਾਰਾਜ ਨੇ ਉਹਨਾਂ ਨੂੰ ਆਖਿਆ, ਭਾਈ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ, ਇੱਕ ਪਰਮਾਤਮਾ ਦਾ, ਇੱਕ ਖੁਦਾ ਦਾ ਨਾਮ ਜਪੋ। ਮੁਸਲਮਾਨ ਵੀਰ ਮਿਲੇ ਤੇ ਉਹਨਾਂ ਨੂੰ ਆਖਿਆ, ਤੁਹਾਡੀਆਂ ਨਮਾਜ਼ਾਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ। ਜੇ ਮਹਾਰਾਜ ਜਗਨਨਾਥਪੁਰੀ ਵਿੱਚ ਗਏ ਤੇ ਪੰਡਤਾਂ ਨੂੰ ਆਖਿਆ, ਪਾਂਡਿਆਂ ਨੂੰ ਆਖਿਆ, ਵਾਹਿਗੁਰੂ ਦੀ ਆਰਤੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ, ਐਸੀ ਆਰਤੀ ਵਾਹਿਗੁਰੂ ਦੀ ਹੋਣੀ ਚਾਹੀਦੀ, ਉਹਦੇ ਵਿੱਚ ਤੁਸੀਂ ਸ਼ਾਮਲ ਹੋਵੋ। ਜੋ ਆਰਤੀ ਬ੍ਰਹਿਮੰਡ ਵਿੱਚ ਹੋ ਰਹੀ, ਭਾਵ ਜੋ ਬ੍ਰਹਿਮੰਡ ਵਿੱਚ ਵਾਹਿਗੁਰੂ ਵਸ ਰਿਹਾ ਹਰ ਸਮੇਂ ਸਾਰੇ ਪਾਸੇ। ਤੋ ਇਸ ਤਰ੍ਹਾਂ ਵਾਹਿਗੁਰੂ ਨਾਲ ਹੀ ਸਾਰਿਆਂ ਨੂੰ ਮਹਾਰਾਜ ਜੀ ਨੇ ਜੋੜਿਆ ਹੈ, ਇੱਕ ਪਰਮਾਤਮਾ ਨਾਲ ਹੀ ਜੋੜਿਆ ਜੋ ਸਾਰਾ ਕੁਝ ਕਰਨ ਵਾਲਾ ਹੈ। ਮੇਰਾ ਗੁਰ ਹੋਆ ਆਪ ਸਹਾਈ। ਮੇਰਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਗੁਰੂ ਸਾਨੂੰ ਉਸ ਰੱਬ ਨਾਲ ਜੋੜਨ ਵਿੱਚ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਸੂਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਵਡਾਈ ਰਹਾਓ। ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋਈ, ਜਿਹੜਾ ਨਾਮ ਨਾਲ ਜੁੜਿਆ, ਉਹਨੂੰ ਕੀ ਅਵਸਥਾ ਮਿਲੀ ਹੈ? ਸੂਖ, ਸੁਖ, ਸਹਿਜ ਅਵਸਥਾ ਮਿਲ ਗਈ। ਆਨੰਦ, ਆਨੰਦ ਨਾਲ ਜੀਵਨ ਭਰ ਗਿਆ। ਸੂਖ, ਸਹਿਜ, ਆਨੰਦ, ਮੰਗਲ ਰਸ, ਹਰ ਸਮੇਂ ਮੰਗਲਮਈ, ਹਰ ਇੱਕ ਕਾਰਜ ਵਿੱਚ ਮੰਗਲਮਈ ਸਮਾਂ ਬਣ ਗਿਆ। ਤੇ ਅਚਰਜ ਭਈ ਵਡਾਈ, ਰਸ ਆਇਆ, ਜੀਵਨ ਰਸ ਨਾਲ ਭਰ ਗਿਆ ਨਾਮ ਜਪਣ ਕਰਕੇ। ਉਸ ਜੀਵ ਦੀ ਵਡਿਆਈ ਜਿਹੜੀ ਹੈ ਹੈਰਾਨ ਕਰ ਦੇਣ ਵਾਲੀ ਹੋਈ। ਜਿਹੜਾ ਬਾਣੀ ਨਾਲ ਜੁੜ ਗਿਆ ਉਹਦੀ ਵੀ ਅਚਰਜ ਵਡਿਆਈ ਹੋਣ ਲੱਗ ਪੈਂਦੀ, ਸੋਭਾ ਹੋਣ ਲੱਗ ਪੈਂਦੀ ਹੈ। ਜਿਵੇਂ ਮਹਾਰਾਜ ਜਪਜੀ ਸਾਹਿਬ ਵਿੱਚ ਹੀ ਕਹਿੰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ। ਜਿਹੜਾ ਵਾਹਿਗੁਰੂ ਦੇ ਨਾਮ ਨੂੰ ਮੰਨ ਲਵੇ, ਜੁੜ ਜਾਵੇ, ਉਹਦੀ ਅਵਸਥਾ ਫਿਰ ਬਿਆਨ ਨਹੀਂ ਕੀਤੀ ਜਾ ਸਕਦੀ। ਰਹਾਓ, ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ, ਗੁਰ ਕੀ ਸ਼ਰਨ ਭਏ ਪੈ ਨਾਸੇ, ਸਾਚੀ ਦਰਗਹਿ ਮਾਨੇ। ਜੋ ਗੁਰੂ ਦੀ ਸ਼ਰਨ ਵਿੱਚ ਪਏ ਉਹਨਾਂ ਦੇ ਸਾਰੇ ਡਰ ਖਤਮ ਹੋ ਗਏ, ਕਿਉਂਕਿ ਗੁਰੂ ਨੇ ਸਾਨੂੰ ਨਾਮ ਨਾਲ ਜੋੜਤਾ। ਵੀ ਇਹ ਨਾਮ ਨਾਲ ਜੁੜ ਜੋ, ਇਹ ਨਾਮ ਤੁਹਾਡੀ ਹਰ ਥਾਂ ਤੇ ਰੱਖਿਆ ਕਰੇਗਾ। ਜਿੱਥੈ ਹਰ ਆਰਾਧੀ ਹੈ ਤਿੱਥੈ ਹਰ ਮਿਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨਾ ਜਾਈ। ਜਿੱਥੇ ਵੀ ਤੁਸੀਂ ਨਾਮ ਨੂੰ ਆਰਾਧੋਗੇ, ਔਖਾ ਸਮਾਂ ਬਣ ਗਿਆ, ਉੱਥੇ ਨਾਮ ਤੁਹਾਡੀ ਸਹਾਇਤਾ ਕਰਨ ਪਹੁੰਚ ਜਾਵੇਗਾ। ਇਸ ਕਰਕੇ ਨਾਮ ਨਾਲ ਜੁੜੋ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡੇ ਭਾਗ ਗੁਰਮੁਖ ਹਰ ਲੈਣਾ। ਤੋ ਮਹਾਰਾਜ ਕਹਿੰਦੇ, ਗੁਰੂ ਦੀ ਸ਼ਰਨ ਵਿੱਚ ਜਦੋਂ ਪਏ, ਗੁਰੂ ਨੇ ਸਾਨੂੰ ਸਮੱਤ ਦੇ ਦਿੱਤੀ। ਉਹ ਜਦੋਂ ਗੁਰੂ ਦੀ ਮੱਤ ਦੇ ਧਾਰਨੀ ਹੋ ਗਏ, ਨਾਮ ਜਪਿਆ, ਸਾਰੇ ਡਰ ਖਤਮ ਹੋ ਗਏ। ਸਾਚੀ ਦਰਗਹਿ ਮਾਨੇ, ਸੱਚੀ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਮਾਨਤਾ ਮਿਲੀ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਵਾਹਿਗੁਰੂ ਦਾ ਨਾਮ ਜਪਿਆ। ਮਹਾਰਾਜ ਕਹਿੰਦੇ, ਗੁਣ ਗਾਵਰਤ ਆਰਾਧ ਨਾਮ ਹਰ ਆਏ ਆਪਣੇ ਥਾਨੇ। ਵਾਹਿਗੁਰੂ ਦੇ ਗੁਣ ਗਾਉਂਦਿਆਂ, ਨਾਮ ਦੀ ਆਰਾਧਨਾ ਕਰਦਿਆਂ ਇੱਕ ਦਿਨ ਉਹ ਅਵਸਥਾ ਮਿਲ ਗਈ, ਆਪਣੇ ਨਿਜ ਘਰ ਦੇ ਵਿੱਚ ਆ ਗਏ। ਭਾਵ ਆਪਣੇ ਹਿਰਦੇ ਘਰ ਦੇ ਵਿੱਚ ਜੀਵ ਪਰਮਾਤਮਾ ਨਾਲ ਇੱਕ ਹੋ ਗਿਆ। ਆਪਣੇ ਨਿਜ ਹਿਰਦੇ ਘਰ ਦੇ ਵਿੱਚ ਟਿਕਾਣਾ ਬਣ ਗਿਆ। ਜਿਹੜਾ ਮਨ ਭਟਕਦਾ ਫਿਰਦਾ ਸੀ ਬਾਹਰ, ਕਦੇ ਵੀ ਵੇਖੋ ਸਾਡਾ ਮਨ ਜਿਹੜਾ ਹੈ ਇਹ ਹਿਰਦੇ ਵਿੱਚ ਨਹੀਂ ਟਿਕਦਾ, ਇਹ ਮਨ ਦੌੜਿਆ ਹੀ ਫਿਰਦਾ ਹੈ। ਨਾਮ ਦੀ ਵਡਿਆਈ ਐਸੀ ਹੈ, ਜੋ ਮਨ ਟਿਕਾਣੇ ਤੇ ਆ ਗਿਆ, ਟਿਕ ਗਿਆ, ਸਹਿਜ ਅਵਸਥਾ ਦੇ ਵਿੱਚ ਆ ਗਿਆ। ਜੈ ਜੈਕਾਰ ਕਰੈ ਸਭ ਉਸਤਤ, ਸੰਗਤ ਸਾਧ ਪਿਆਰੀ। ਮਹਾਰਾਜ ਕਹਿੰਦੇ, ਫਿਰ ਗੁਰਮੁਖ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ, ਉਹ ਸਦਾ ਵਾਹਿਗੁਰੂ ਦੀ ਜੈ ਜੈਕਾਰ ਕਰਦੇ ਨੇ, ਉਸਤਤ ਕਰਦੇ ਨੇ। ਉਹਨਾਂ ਨੂੰ ਗੁਰੂ ਦੀ ਸੰਗਤ ਪਿਆਰੀ ਲੱਗਣ ਲੱਗ ਜਾਂਦੀ ਹੈ। ਗੁਰਮੁਖਾਂ ਦੀ ਇਹ ਨਿਸ਼ਾਨੀ ਹੈ, ਉਹ ਸਦਾ ਫਿਰ ਵਾਹਿਗੁਰੂ ਦੀ ਉਸਤਤ ਜੈ ਜੈਕਾਰ ਕਰਦੇ ਨੇ।
ਗੁਰੂ ਦੀ ਮਹਿਮਾ ਕਰਦੇ ਨੇ, ਉਹਨਾਂ ਨੂੰ ਗੁਰੂ ਦੀ ਸੰਗਤ ਪਿਆਰੀ ਲੱਗਣ ਲੱਗ ਪੈਂਦੀ ਹੈ। ਸਦ ਬਲਿਆਰ ਜਾਉ ਪ੍ਰਭ ਆਪਣੇ, ਜਿਨ ਪੂਰਨ ਪੈਜ ਸਵਾਰੀ। ਮੈਂ ਆਪਣੇ ਵਾਹਿਗੁਰੂ ਤੋਂ ਸਦਾ ਬਲਿਹਾਰ ਜਾਵਨਾ, ਜਿਹਨੇ ਪੂਰਨ ਰੂਪ ਵਿੱਚ ਮੇਰੀ ਪੈਜ ਸਵਾਰ ਦਿੱਤੀ। ਲੋਕ ਪਰਲੋਕ ਦੇ ਵਿੱਚ ਮੇਰੀ ਪੈਜ ਸਵਾਰ ਦਿੱਤੀ, ਮੇਰੇ ਪਰਦੇ ਕੱਜ ਲਏ। ਐਸਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਕੋਈ ਵੀ ਉਹਦੇ ਨਾਮ ਨਾਲ ਜੁੜੇ, ਵਾਹਿਗੁਰੂ ਪਰਮਾਤਮਾ ਉਹਨੂੰ ਕਦੇ ਜਿਹੜਾ ਹੈ ਨਿਰਾਸ਼ਾ ਨਹੀਂ ਹੋਣ ਦਿੰਦਾ। ਕੋਈ ਵੀ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕਰੇ, ਵਾਹਿਗੁਰੂ ਪਰਮਾਤਮਾ ਤਾਂ ਉਹ ਤਾਂ ਵੇਖੋ ਥੰਮ ਪਾੜ ਕੇ ਵੀ ਪ੍ਰਗਟ ਹੋ ਜਾਂਦਾ ਹੈ। ਜਿਸ ਸਮੇਂ ਭਗਤ ਪ੍ਰਹਿਲਾਦ ਜੀ ਨੂੰ ਮਾਰਨ ਦੇ ਬੜੇ ਯਤਨ ਕੀਤੇ ਗਏ, ਆਖਰ ਇੱਕ ਨਾ ਥੰਮ ਬਹੁਤ ਵੱਡਾ ਜੋ ਵਿੱਚੋਂ ਖਾਲੀ ਸੀ ਉਹ ਤਪਾ ਦਿੱਤਾ। ਅੱਗ ਪਾ ਕੇ, ਅੰਗਿਆਰੇ ਪਾ ਕੇ, ਕੋਲੇ ਪਾ ਕੇ, ਜਦੋਂ ਉਹ ਲਾਲ ਸੂਹਾ ਹੋ ਗਿਆ, ਕਹਿੰਦੇ ਵੀ ਇਹਨੂੰ ਜੱਫਾ ਮਾਰ। ਤੇ ਭਗਤ ਪ੍ਰਹਿਲਾਦ ਉਸ ਥੰਮ ਵੱਲ ਵੇਖਿਆ। ਪਰਮਾਤਮਾ ਨੇ ਆਪਣੇ ਭਗਤ ਦੀ ਪੈਜ ਸਵਾਰਨੀ ਸੀ ਨਾ। ਹੁਣ ਉਹ ਥੰਮ ਨੂੰ ਵੇਖ ਕੇ ਇੱਦਾਂ ਲੱਗਦਾ ਵੀ ਜਿਹੜਾ ਬੰਦਾ ਵੀ ਇਹਨੂੰ ਛੂਹੇਗਾ ਉਹਦਾ ਸਰੀਰ ਸੜ ਕੇ ਸਵਾਹ ਹੋ ਜਾਵੇਗਾ, ਇੰਨਾ ਲਾਲ ਉਹ ਤਪ ਰਿਹਾ ਅੱਗ ਦੇ ਨਾਲ। ਤਾਂ ਉਸ ਸਮੇਂ ਵਾਹਿਗੁਰੂ ਨੇ ਐਸੀ ਕਲਾ ਵਰਤਾ ਦਿੱਤੀ, ਇੱਕ ਕੀੜੀ ਕਹਿੰਦੇ ਚਲਦੀ ਹੋਈ ਉਹਦੇ 'ਤੇ ਦਿਖਾਈ ਦਿੱਤੀ। ਆਮ ਕਰਕੇ ਆਪਾਂ ਇਹ ਪਿੰਡਾਂ ਵਿੱਚ ਜਿਹੜਾ ਸੁਣਦੇ ਆ ਕਿ ਜੇ ਕੀੜੀ ਨਾ ਬਣਦੇ ਰਾਮਾ ਪ੍ਰਹਿਲਾਦ ਡੋਲ ਜਾਂਦਾ। ਵਾਹਿਗੁਰੂ ਪਰਮਾਤਮਾ ਉੱਥੇ ਵੇਖੋ ਪਰਮਾਤਮਾ ਨੇ ਉਹ ਕੌਤਕ ਵਰਤਾਇਆ, ਆਪਣੇ ਭਗਤਾਂ ਦੀ ਪੈਜ ਸਵਾਰੀ। ਫਿਰ ਉਸ ਹਰਨਾਕਸ਼ ਨੂੰ ਥੰਮ ਵਿੱਚੋਂ ਪ੍ਰਗਟ ਹੋ ਗਏ। ਪਰ ਪੁੱਛਦਾ ਹੈ, ਜਦੋਂ ਭਗਤ ਪ੍ਰਹਿਲਾਦ ਨੇ ਥੰਮ ਨੂੰ ਜੱਫਾ ਮਾਰ ਲਿਆ, ਵੇਖਿਆ ਇਹਨੂੰ ਤਾਂ ਕੁਝ ਵੀ ਨਹੀਂ ਹੋਇਆ, ਬੱਚਾ ਸੀ, ਇਹ ਤਾਂ ਸੜ ਕੇ ਸੁਆਹ ਹੋ ਜਾਣਾ ਚਾਹੀਦਾ ਸੀ। ਕਹਿੰਦੇ ਇਸ ਤੂੰ ਜਿਸ ਪਰਮਾਤਮਾ ਦੀ ਅਰਾਧਨਾ ਕਰਦਾ ਕੀ ਉਸ ਥੰਮ ਵਿੱਚ ਵੀ ਹੈ? ਕਹਿੰਦੇ ਹਾਂ, ਪਰਮਾਤਮਾ ਤਾਂ ਘਟ ਘਟ ਮੈਂ ਹਰ ਜੂ ਵਸੈ। ਜਦੋਂ ਇਹਨਾਂ ਬਚਨ ਹੋ ਗਏ, ਉਸ ਸਮੇਂ ਸਾਧ ਸੰਗਤ ਕਹਿੰਦੇ ਫਿਰ ਪਰਮਾਤਮਾ ਪ੍ਰਹਿਲਾਦ ਨੂੰ ਤਾਰਨ ਵਾਸਤੇ, ਹਰਨਾਕਸ਼ ਨੂੰ ਮਾਰਨ ਵਾਸਤੇ ਥੰਮ ਦੇ ਵਿੱਚੋਂ ਪ੍ਰਗਟ ਹੋਏ। ਔਰ ਹਰਨਾਕਸ਼ ਨੂੰ ਉਹਦੇ ਸਾਰੇ ਜਿਹੜੇ ਵਰ ਉਹਨੇ ਲਏ ਸੀ ਭਗਤੀ ਕਰਕੇ, ਉਹ ਵਰ ਵੀ ਯਾਦ ਕਰਾ ਕੇ, ਪੂਰੇ ਕਰਾ ਕੇ ਫਿਰ ਉਹਨੂੰ ਮਾਰਨਾ ਕੀਤਾ। ਤੋ ਮਹਾਰਾਜ ਕਹਿੰਦੇ ਆਪਣੇ ਸੇਵਕਾਂ ਦੀ ਵਾਹਿਗੁਰੂ ਪੂਰਨ ਤੌਰ 'ਤੇ ਪੈਜ ਸਵਾਰਦਾ ਹੈ, ਉਹਨਾਂ ਨੂੰ ਕਿਤੇ ਡੋਲਣ ਨਹੀਂ ਦਿੰਦਾ, ਉਹਨਾਂ ਦੇ ਨਾਲ ਸਹਾਇਕ ਹੋ ਜਾਂਦਾ ਹੈ। ਐਸਾ ਉਹ ਵਾਹਿਗੁਰੂ ਨਿਰੰਕਾਰ ਹੈ। ਗੋਸ਼ਟ ਗਿਆਨ ਨਾਮ ਸੁਣ ਉਧਰੇ, ਜਿਨ ਜਿਨ ਦਰਸ਼ਨ ਪਾਇਆ। ਜਿਨ੍ਹਾਂ ਨੇ ਵਾਹਿਗੁਰੂ ਦਾ ਦਰਸ਼ਨ ਕਰ ਲਿਆ, ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਜੀਵਨ ਸਫਲ ਹੋ ਗਿਆ। ਪਰ ਉਹ ਕਿਵੇਂ ਹੋਇਆ? ਜਿਨ੍ਹਾਂ ਨੇ ਗੁਰੂ ਨਾਲ ਮਿਲਾਪ ਕੀਤਾ, ਗੁਰੂ ਕੋਲੋਂ ਗਿਆਨ ਲਿਆ ਰੂਹਾਨੀਅਤ ਦਾ। ਗੋਸ਼ਟ ਗਿਆਨ ਨਾਮ ਸੁਣ ਉਧਰੇ, ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਕੇ ਜਿਨ੍ਹਾਂ ਨੇ ਨਾਮ ਜਪਣਾ ਕੀਤਾ, ਉਹਨਾਂ ਨੂੰ ਵਾਹਿਗੁਰੂ ਦਾ ਦਰਸ਼ਨ ਹੋ ਗਿਆ, ਜੋ ਸਾਰੇ ਪਾਸੇ ਪਰਿਪੂਰਨ ਹੋ ਕੇ ਵਰਤ ਰਿਹਾ ਹੈ। ਵਾਹਿਗੁਰੂ ਦਾ ਦਰਸ਼ਨ ਕੀ ਹੈ? ਇੱਕ ਅਨੁਭਵ ਹੈ ਵਾਹਿਗੁਰੂ ਦਾ ਦਰਸ਼ਨ। ਇਹ ਨਾ ਸਮਝ ਲੈਣਾ ਕਿ ਵਾਹਿਗੁਰੂ ਕੋਈ ਸਾਹਮਣੇ ਮੂਰਤੀ ਬਣਾ ਕੇ ਆ ਗਿਆ। ਉਹ ਕਰ ਵੀ ਸਕਦਾ ਹੈ, ਕਿਸੇ ਵੀ ਰੂਪ ਵਿੱਚ ਵੀ ਆ ਸਕਦਾ ਹੈ, ਪਰ ਵਾਹਿਗੁਰੂ ਦਾ ਜਿਹੜਾ ਦਰਸ਼ਨ ਹੈ ਉਹ ਇਸ ਤਰ੍ਹਾਂ ਹੈ ਗੁਰਮੁਖੋ, ਜਿਵੇਂ ਆਪਾਂ ਨੂੰ ਸਰਦੀ ਮਹਿਸੂਸ ਹੁੰਦੀ ਹੈ, ਗਰਮੀ ਮਹਿਸੂਸ ਹੁੰਦੀ ਹੈ, ਪਰ ਉਹਦਾ ਕੋਈ ਰੂਪ ਨਹੀਂ ਹੈ। ਆਪਾਂ ਨੂੰ ਗਰਮੀ ਲੱਗਦੀ, ਆਪਾਂ ਕੀ ਕਹਿੰਦੇ ਆ ਗਰਮੀ ਲੱਗਦੀ, ਤੇ ਕੋਈ ਮੂਰਖ ਬੰਦਾ ਆ ਕੇ ਗਰਮੀ ਦਿਖਾ ਜਿਹੜੀ ਤੈਨੂੰ ਲੱਗ ਰਹੀ ਹੈ, ਉਹ ਆਪਾਂ ਦਿਖਾ ਨਹੀਂ ਸਕਦੇ। ਉਹ ਇੱਕ ਸਰੀਰਕ ਅਵਸਥਾ ਹੈ। ਆਪਾਂ ਨੂੰ ਭੁੱਖ ਲੱਗੀ ਹੋਈ ਹੈ, ਕੋਈ ਆਖੇ ਵੀ ਤੁਸੀਂ ਭੁੱਖ ਦਿਖਾਓ, ਰੋਟੀ ਤਾਂ ਮਿਲੇਗੀ, ਪਹਿਲਾਂ ਭੁੱਖ ਦਿਖਾਓ। ਕੀ ਆਪਾਂ ਭੁੱਖ ਦਿਖਾ ਸਕਦੇ ਹਾਂ? ਉਹ ਤਾਂ ਇੱਕ ਅੰਦਰ ਦੀ ਅਵਸਥਾ ਹੈ, ਭੁੱਖ ਦੀ ਅਵਸਥਾ। ਜਿਹੜੀ ਪਿਆਸ ਲੱਗੀ ਹੈ ਉਹ ਵੀ ਆਪਾਂ ਦਿਖਾ ਨਹੀਂ ਸਕਦੇ।
ਇਸੇ ਤਰ੍ਹਾਂ ਇਹ ਵਾਹਿਗੁਰੂ ਪਰਮਾਤਮਾ ਦਿਖਾਇਆ ਨਹੀਂ ਜਾ ਸਕਦਾ। ਜੇ ਕੋਈ ਕਹੇ ਵੀ ਦਿਖਾਓ ਰੱਬ, ਕਿਵੇਂ ਦਿਖਾਈਏ, ਉਹ ਇੱਕ ਅਵਸਥਾ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਅਵਸਥਾ ਨੂੰ, ਉਸ ਅਵਸਥਾ ਵਿੱਚ ਪਹੁੰਚ ਕੇ ਜਾਣਿਆ ਜਾ ਸਕਦਾ ਅਵਸਥਾ ਕੀ ਹੈ। ਇੱਕ ਵਾਰੀ ਕਹਿੰਦੇ ਹਨ ਕਿ ਬਾਬਾ ਨਾਨਕ ਸਿੰਘ ਕੋਲ ਇੱਕ ਪੜ੍ਹਿਆ ਲਿਖਿਆ ਬੰਦਾ, ਬਹੁਤ ਪੜ੍ਹਾਈ ਕੀਤੀ ਹੋਈ ਉਹਨੇ, ਉਹ ਆ ਗਿਆ ਅਤੇ ਉਹ ਕਹਿੰਦਾ ਵੀ ਮੈਂ ਸੁਣਿਆ ਹੈ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ। ਤਾਂ ਮਹਾਂਪੁਰਖ ਕਹਿੰਦੇ ਇਹ ਗੁਰੂ ਦੀ ਕਿਰਪਾ, ਗੁਰੂ ਤਾਂ ਹਰ ਸਮੇਂ ਦਰਸ਼ਨ ਦਿੰਦਾ ਆਪਣੇ ਸਿੱਖਾਂ ਨੂੰ। ਜਦੋਂ ਆਪਾਂ ਬਾਣੀ ਨੂੰ ਪ੍ਰੇਮ ਨਾਲ ਪੜ੍ਹੀਏ, ਉਹ ਕਹਿੰਦਾ ਮੈਨੂੰ ਵੀ ਦਰਸ਼ਨ ਕਰਾਓ। ਕਹਿੰਦੇ ਕਰਾ ਦਿੰਦੇ ਆ, ਤੂੰ ਕਿੰਨਾ ਪੜ੍ਹਿਆ ਲਿਖਿਆ ਹੈ। ਅਸਲ ਵਿੱਚ ਉਹ ਤਰਕ ਬੁੱਧੀ ਨਾਲ ਆਇਆ ਸੀ ਵੀ ਇਹਨਾਂ ਨੂੰ ਮੈਂ ਨੀਵਾਂ ਦਿਖਾਵਾਂਗਾ। ਤਾਂ ਉਹ ਪੁੱਛਦੇ ਨੇ ਤੁਸੀਂ ਕਿੰਨਾ ਪੜ੍ਹੋ, ਕਹਿੰਦਾ ਦੱਸਿਆ ਉਹਨੇ ਜਿਹੜੀਆਂ ਡਿਗਰੀਆਂ ਲਾਈਆਂ ਹੋਈ ਸੀ, ਮੈਂ ਇੰਨਾ ਕੁਝ ਪੜ੍ਹਿਆ ਹੋਇਆ। ਉਹ ਕਹਿੰਦੇ ਇੱਦਾਂ ਵੀ ਗੁਰੂ ਨਾਨਕ ਦੇ ਦਰਸ਼ਨ ਤੈਨੂੰ ਕਰਾ ਦਿੰਦੇ ਆ, ਤੂੰ ਇਹ ਜਿਹੜੀਆਂ ਡਿਗਰੀਆਂ ਕੀਤੀਆਂ ਨੇ ਹੁਣੇ ਹੀ ਇਹ ਡਿਗਰੀਆਂ ਮੈਨੂੰ ਕਰਾ ਦੇ। ਉਹ ਕਹਿੰਦਾ ਵੀ ਇਹ ਡਿਗਰੀਆਂ ਪ੍ਰਾਪਤ ਕਰਨ 'ਤੇ 20-25 ਸਾਲ ਦਾ ਸਮਾਂ ਲੱਗ ਜਾਂਦਾ ਹੈ, ਐਵੇਂ ਨਹੀਂ ਮਿਲਦੀਆਂ ਇਹ ਡਿਗਰੀਆਂ। ਇਹ ਪੜ੍ਹਾਈ ਅੱਜ ਇੱਕ ਦਿਨ ਵਿੱਚ ਥੋੜ੍ਹਾ ਹੋ ਜਾਏਗੀ, ਜਾਂ 1 ਮਿੰਟ ਵਿੱਚ ਥੋੜ੍ਹਾ ਪੜ੍ਹਾਈ ਹੋ ਜਾਏਗੀ। ਇਹ ਤਾਂ 25-30 ਸਾਲ ਲਾਣੇ ਪੈਣਗੇ ਤਾਂ ਜਾ ਕੇ ਪੜ੍ਹਾਈ ਦੀਆਂ ਇਹ ਡਿਗਰੀਆਂ ਪਦਵੀਆਂ ਮਿਲਦੀਆਂ ਨੇ। ਤਾਂ ਬਾਬਾ ਨਾਨਕ ਸਿੰਘ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਦੇ ਦਰਸ਼ਨ ਵੀ ਸਸਤੇ ਨਹੀਂ ਹਨ। ਉਹਦੇ ਵਾਸਤੇ ਵੀ ਤੈਨੂੰ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ, ਅੰਮ੍ਰਿਤ ਛਕਣਾ ਪਵੇਗਾ, ਨਿਤਨੇਮੀ ਹੋਣਾ ਪਵੇਗਾ, ਬਾਣੀ ਨਾਲ ਜੁੜਨਾ ਪਵੇਗਾ। ਗੁਰੂ ਨਾਨਕ ਤਾਂ ਘਟ ਘਟ ਦੇ ਵਿੱਚ ਵਰਤ ਰਿਹਾ ਹੈ। ਹਰ ਇੱਕ ਅੱਖਰ ਦੇ ਗੁਰਬਾਣੀ ਵਿੱਚ ਗੁਰੂ ਨਾਨਕ ਬੈਠਾ ਹੈ, ਪਰ ਉਹ ਸਾਨੂੰ ਦਿਖਾਈ ਨਹੀਂ ਦਿੰਦਾ। ਸਾਡੀ ਉਹ ਸਾਧਨਾ ਨਹੀਂ ਹੈ, ਉਹਨੀ ਕਮਾਈ ਨਹੀਂ ਹੈ। ਤੋ ਗੁਰਮੁਖੋ ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਉਹ ਤਾਂ ਘਟ ਘਟ ਵਿੱਚ ਵਸ ਰਿਹਾ ਹੈ। ਅਨੁਭਵ ਦੀ ਅੱਖ ਨਾਲ ਉਹਨੂੰ ਫਿਰ ਮਾਣਿਆ ਜਾਂਦਾ ਹੈ। ਜਿਵੇਂ ਕੋਈ ਬੰਦਾ ਬਿਮਾਰ ਹੋਵੇ ਉਹਨੂੰ ਭੁੱਖ ਨਹੀਂ ਲੱਗਦੀ, ਤੰਦਰੁਸਤ ਬੰਦੇ ਨੂੰ ਭੁੱਖ ਲੱਗਦੀ ਹੈ, ਇਹ ਵੀ ਗੱਲ ਨਾਲ ਹੈ। ਜਿਹੜਾ ਬੰਦਾ ਵਿਸ਼ੇ ਵਿਕਾਰਾਂ ਦਾ ਰੋਗੀ ਹੈ ਉਹਨੂੰ ਨਾਮ ਦੀ ਭੁੱਖ ਨਹੀਂ ਲੱਗਦੀ, ਕਿਉਂਕਿ ਉਹਨੂੰ ਤਾਂ ਵਿਸ਼ੇ ਵਿਕਾਰ ਮਾੜੇ ਵਿਚਾਰ ਉਹਦੇ ਅੰਦਰ ਚੱਲਦੇ ਰਹਿੰਦੇ ਨੇ, ਉਹਨੂੰ ਬਾਣੀ ਦੀ ਭੁੱਖ ਲੱਗਦੀ ਨਹੀਂ ਹੈ। ਬਾਣੀ ਦੀ ਭੁੱਖ ਉਹਨੂੰ ਲੱਗੇਗੀ ਜਿਹੜਾ ਅੰਦਰੋਂ ਤੰਦਰੁਸਤ ਹੋਵੇਗਾ, ਭਾਵ ਜਿਹੜਾ ਵਿਸ਼ੇ ਵਿਕਾਰਾਂ ਤੋਂ ਆਪਣੇ ਆਪ ਨੂੰ ਰੋਕੇਗਾ, ਵਰਜ ਕੇ ਰੱਖੇਗਾ। ਅਤੇ ਫਿਰ ਜਿਹੜਾ ਨਾਮ ਜਪੇਗਾ ਉਹਨੂੰ ਘਟ ਘਟ ਦੇ ਵਿੱਚ ਉਹ ਵਾਹਿਗੁਰੂ ਦਾ ਅਨੁਭਵੀ ਦਰਸ਼ਨ ਹੁੰਦਾ ਹੈ। ਤੋ ਮਹਾਰਾਜ ਕਹਿੰਦੇ ਉਹਨਾਂ ਦਾ ਜੀਵਨ ਸਫਲ ਹੋ ਗਿਆ। ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸੇਤੀ ਘਰ ਆਇਆ। ਵਾਹਿਗੁਰੂ ਉਹਨਾਂ 'ਤੇ ਕਿਰਪਾਲੂ ਹੋ ਗਿਆ ਔਰ ਆਨੰਦ ਦੇ ਨਾਲ ਵਾਹਿਗੁਰੂ ਉਹਨਾਂ ਦੇ ਹਿਰਦੇ ਘਰ ਦੇ ਵਿੱਚ ਆ ਕੇ ਬਿਰਾਜਮਾਨ ਹੋ ਗਿਆ। ਭਾਵ ਹਰ ਸਮੇਂ ਹਿਰਦਾ ਆਨੰਦ ਨਾਲ ਭਰਿਆ ਰਹਿੰਦਾ ਹੈ, ਹਰ ਸਮੇਂ ਖੁਸ਼ ਰਹਿੰਦਾ ਹੈ ਗੁਰਮੁਖ ਵਾਹਿਗੁਰੂ ਦੀ ਭਗਤੀ ਦੇ ਵਿੱਚ। ਸੋਠ ਮਹੱਲਾ ਪੰਜਵਾਂ। ਅਗਲੇਰਾ ਸ਼ਬਦ ਵੀ ਮਹਾਰਾਜ ਇਸੇ ਪ੍ਰਥਾਏ ਬਿਆਨ ਕਰ ਰਹੇ ਹਨ। ਪ੍ਰਭ ਕੀ ਸਰਣ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਜਿਹੜੇ ਗੁਰਮੁਖ ਗੁਰੂ ਦੀ ਮੱਤ ਲੈ ਕੇ ਇਸ ਤਰ੍ਹਾਂ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਗਏ, ਮਹਾਰਾਜ ਕਹਿੰਦੇ ਉਹਨਾਂ ਦੇ ਸਾਰੇ ਡਰ ਲੈ ਗਏ, ਦੁੱਖ ਨਾਸ ਹੋ ਗਏ, ਉਹਨਾਂ ਨੂੰ ਸੁੱਖ ਮਿਲਿਆ ਹੈ। ਦਿਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪੂਰੇ ਸਤਿਗੁਰੂ ਦੁਆਰਾ ਜਦੋਂ ਵਾਹਿਗੁਰੂ ਨੂੰ ਧਿਆਉਣਾ ਕੀਤਾ, ਉਹ ਵਾਹਿਗੁਰੂ ਦਿਆਲੂ ਹੋ ਗਿਆ, ਬਖਸ਼ਿਸ਼ਾਂ ਕੀਤੀਆਂ ਉਸ ਵਾਹਿਗੁਰੂ ਨੇ। ਪਰ ਉਹ ਦਿਆਲੂ ਕਿਵੇਂ? ਉਹਦੀ ਦਿਆਲਤਾ ਤਾਂ ਹਰ ਸਮੇਂ ਹੈ, ਸਾਨੂੰ ਉਹ ਦਿਆਲਤਾ ਨਜ਼ਰ ਨਹੀਂ ਆ ਰਹੀ। ਅਸਲ ਵਿੱਚ ਆਪਾਂ ਤਾਂ ਉਦੋਂ ਹੀ ਕਹਾਂਗੇ ਨਾ ਜਦੋਂ ਸਾਨੂੰ ਉਹਦੀ ਦਿਆਲਤਾ ਨਜ਼ਰ ਆਵੇਗੀ। ਵਾਹਿਗੁਰੂ ਤਾਂ ਦਿਆਲੂ ਹਰ ਸਮੇਂ ਹੈ, ਪਰ ਸਾਨੂੰ ਉਹ ਦਿਆਲੂ ਕਿਉਂ ਨਹੀਂ ਨਜ਼ਰ ਆ ਰਿਹਾ? ਕਿਉਂਕਿ ਸਾਡੀ ਅਜੇ ਸਮਝ ਬੁੱਧੀ ਉੱਥੇ ਤੱਕ ਨਹੀਂ ਹੈ। ਜਿਵੇਂ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਸੂਰਜ ਬਾਹਰ ਚੜ੍ਹਿਆ ਹੈ, ਸੂਰਜ ਤਾਂ ਬਾਹਰ ਚੜ੍ਹ ਗਿਆ ਹੈ, ਪਰ ਆਪਾਂ ਉਹਦੀ ਰੋਸ਼ਨੀ ਦਾ ਆਨੰਦ ਤਾਂ ਹੀ ਲੈ ਸਕਦੇ ਜਦੋਂ ਬਾਹਰ ਜਾਵਾਂਗੇ। ਉਹ ਤਾਂ ਚੜ੍ਹ ਗਿਆ ਸੂਰਜ ਤਾਂ। ਵਾਹਿਗੁਰੂ ਤਾਂ ਸਦਾ ਹੀ ਦਿਆਲੂ ਹੈ, ਅਸੀਂ ਆਪਣੇ ਮਨ ਦੇ ਦਰਵਾਜ਼ੇ ਬੰਦ ਕੀਤੇ ਹੋਏ ਨੇ, ਉਹਦੀ ਦਿਆਲਤਾ ਨਜ਼ਰ ਨਹੀਂ ਆ ਰਹੀ। ਜਦੋਂ ਸਤਿਗੁਰੂ ਦੀ ਕਿਰਪਾ ਨਾਲ ਨਾਮ ਜਪਿਆ ਤਾਂ ਵਾਹਿਗੁਰੂ ਦਾ ਪਤਾ ਲੱਗ ਗਿਆ
कि वो सदा दयालु है। ਉਹਨੇ ਕਿਰਪਾ ਕੀਤੀ ਸਾਨੂੰ ਪੂਰਾ ਸਤਿਗੁਰੂ ਮਿਲਾਇਆ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, हे ਵਾਹਿਗੁਰੂ ਤੂੰ ਮੇਰਾ ਸਾਹਿਬ ਦਾਤਾ ਹੈ, ਮੇਰਾ ਮਾਲਕ ਤੂੰ ਹੀ ਹੈ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ ਰਹਾਓ। हे ਵਾਹਿਗੁਰੂ ਗੁਰਮੁਖ ਜਦੋਂ ਵਾਹਿਗੁਰੂ ਨੂੰ ਅਨੁਭਵ ਕਰ ਲੈਂਦਾ ਹੈ ਫਿਰ ਉਹਦੀ ਇਹੀ ਅਰਦਾਸ ਹਰ ਸਮੇਂ ਚੱਲਦੀ ਹੈ ਕਿ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਮੈਂ ਸਦਾ ਰੰਗ ਵਿੱਚ ਰਤਾ ਤੇਰੇ ਗੁਣ ਗਾਵਾਂ। ਪੰਜ ਬਾਣੀਆਂ ਦਾ ਆਪਾਂ ਨਿਤਨੇਮ ਕਰਦੇ ਹਾਂ ਨਾ, ਉਹਦੇ ਵਿੱਚੋਂ ਇੱਕ ਸਾਨੂੰ ਸਿੱਖਿਆ ਮਿਲਦੀ ਹੈ। ਉਸ ਅਰਦਾਸ ਦਾ ਇੱਥੇ ਜ਼ਿਕਰ ਹੋ ਰਿਹਾ। ਜਿਹੜੀ ਇਹ ਅਰਦਾਸ ਹੈ ਨਾ ਕਿ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਮੈਂ ਤੇਰੇ ਗੁਣ ਗਾਵਾਂ। ਪਹਿਲੀ ਬਾਣੀ ਹੈ ਜਪ। ਸਤਿਕਾਰ ਵਜੋਂ ਆਪਾਂ ਜਪਜੀ ਸਾਹਿਬ ਕਹਿੰਦੇ ਹਾਂ, ਵੈਸੇ ਇਸ ਬਾਣੀ ਦਾ ਨਾਮ ਹੈ ਜਪ। ਜਪਜੀ ਸਾਹਿਬ ਆਪਾਂ ਸਤਿਕਾਰ ਵਜੋਂ ਕਹਿੰਦੇ ਹਾਂ। ਜਪ ਦੂਜੀ ਬਾਣੀ ਹੈ ਜਾਪ ਸਾਹਿਬ। ਇੰਨਾ ਕੁ ਜਪ ਉਹ ਜਾਪ ਬਣ ਜਾਵੇ। ਇਹ ਆਪਾਂ ਕਦੇ ਫਿਰ ਵਿਚਾਰ ਕਰਾਂਗੇ ਜਾਪ ਕੀ ਹੁੰਦਾ ਹੈ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਜਾਪ ਤੋਂ ਅਗਲੀ ਤੀਸਰੀ ਬਾਣੀ ਹੈ ਤੋ ਪ੍ਰਸਾਦ ਸਵਈਏ, ਤੇਰੀ ਕਿਰਪਾ। ਉਸ ਤੋਂ ਅੱਗੇ ਅਰਦਾਸ ਹੈ ਚੌਪਈ, ਕਵਿਓ ਬਾਚ ਬੇਨਤੀ ਚੌਪਈ, ਉਹ ਹੈ ਬੇਨਤੀ। ਬੇਨਤੀ ਵੇਖੋ ਅਰਦਾਸ ਚੌਥੇ ਨੰਬਰ 'ਤੇ। ਪਹਿਲਾਂ ਇੰਨੀ ਸਾਧਨਾ ਕਰੋਗੇ। ਇਹ ਅਰਦਾਸ ਜਿਹੜੀ ਇੱਥੇ ਦੱਸ ਰਹੇ ਨੇ ਮਹਾਰਾਜ, ਇਹ ਅਰਦਾਸ ਤਾਂ ਅੰਦਰੋਂ ਆਉਣੀ ਹੈ। ਪਹਿਲਾਂ ਜਪਜੀ, ਫਿਰ ਜਾਪ, ਫਿਰ ਸਵਈਏ, ਫਿਰ ਚੌਥੀ ਬਾਣੀ ਹੈ ਅਰਦਾਸ ਦੀ ਬੇਨਤੀ ਬਾਣੀ ਜਿਹੜੀ ਹੈ, ਤਾਂ ਉਹ ਹੈ ਅਰਦਾਸ ਬੇਨਤੀ। ਉਹ ਬੇਨਤੀ ਇੱਥੇ ਦੱਸ ਰਹੇ ਨੇ ਮਹਾਰਾਜ ਕਿ ਹੇ ਵਾਹਿਗੁਰੂ ਸਾਡੀ ਬੇਨਤੀ ਹੈ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਮੈਂ ਰੰਗ ਵਿੱਚ ਰੱਤਾ ਹੋਇਆ ਤੇਰੇ ਗੁਣ ਗਾਵਾਂ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਵਿਨਾਸੀ। ਜਦੋਂ ਕਿਸੇ ਨੂੰ ਭੁੱਖ ਲੱਗੀ ਤਾਂ ਵਾਹਿਗੁਰੂ ਇੱਕ ਕਿਰਪਾ ਕਰਦਾ, ਉਹਨੂੰ ਸੱਚੇ ਸਤਿਗੁਰੂ ਦੇ ਕੋਲ ਭੇਜ ਦਿੰਦਾ ਕਿ ਜਾ ਉੱਥੇ ਤੇਰੀ ਇਹ ਮੰਗ ਪੂਰੀ ਹੋਵੇਗੀ। ਸਤਿਗੁਰੂ ਕੋਲ ਆ ਕੇ ਫਿਰ ਉਹ ਜਗਿਆਸੂ ਨਾਮ ਹੀ ਮੰਗਦਾ ਹੈ। ਜਿਵੇਂ ਜਿਹੜਾ ਇੱਕ ਕਸ਼ਮੀਰ ਦਾ ਰਹਿਣ ਵਾਲਾ ਜਾਨੀ ਖਾਂ ਮੁਸਲਮਾਨ ਪੀਰ ਸੀ, ਉਹਨੇ ਸਾਧਨਾ ਬੜੀ ਕੀਤੀ ਪਰ ਉਹ ਅਵਸਥਾ ਚਾਹੁੰਦਾ ਸੀ ਇਹ ਬ੍ਰਹਮ ਗਿਆਨ ਦੀ, ਉਹਨੂੰ ਮਿਲੀ ਨਾ। ਉਹਨੇ ਸਾਧਨਾ ਬੜੀ ਕੀਤੀ, ਉਹਦੀ ਇੱਛਾ ਇਹੀ ਸੀ। ਤਾਂ ਉਹਨੂੰ ਪਤਾ ਲੱਗਾ, ਉਹਦਾ ਇੱਕ ਮਿੱਤਰ ਸੀ ਫਕੀਰ ਹੋਰ, ਉਹਨੇ ਦੱਸ ਪਾਈ ਵੀ ਤੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰ ਜਾ, ਉੱਥੋਂ ਤੇਰੇ 'ਤੇ ਬਖਸ਼ਿਸ਼ ਹੋਵੇਗੀ। ਤਾਂ ਉਹ ਆਇਆ, ਮਹਾਰਾਜ ਜੀ ਦੇ ਦਰਸ਼ਨ ਕੀਤੇ। ਮਹਾਰਾਜ ਕਹਿੰਦੇ ਹਾਂ ਭਾਈ ਦੱਸ। ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੋ। ਮਹਾਰਾਜ ਕਹਿੰਦੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਦਰਬਾਰ ਦੇ ਵਿੱਚੋਂ। ਵੈਸੇ ਗੁਰੂ ਐਸਾ ਕਰਦਾ ਨਹੀਂ, ਉਹਦੀ ਪ੍ਰੀਖਿਆ ਲਈ ਮਹਾਰਾਜ ਜੀ ਨੇ। ਸਿੱਖਾਂ ਨੇ ਉਹਨੂੰ ਪਕੜਿਆ, ਦਰਬਾਰ ਵਿੱਚੋਂ ਬਾਹਰ ਕੱਢਤਾ, ਬਾਹਰ ਚੁੱਕ ਕੇ ਦੂਰ ਬਿਠਾਏ। ਉੱਥੇ ਹੀ ਬੈਠਾ ਰਿਹਾ, ਇਹੀ ਪੜ੍ਹਦਾ ਹੁੰਦਾ, ਇਹੀ ਗਾਉਂਦਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਮਹਾਰਾਜ ਕਹਿੰਦੇ ਇਹਦੇ ਸਾਹਮਣੇ ਦੀਵਾਰ ਕਰ ਦਿਓ, ਇਹ ਸਾਡੇ ਦਰਸ਼ਨ ਨਾ ਕਰੇ, ਇਹਨੂੰ ਸੰਗਤ ਦੇ ਦਰਸ਼ਨ ਨਾ ਹੋਣ। ਦੀਵਾਰ ਕਰ ਦਿੱਤੀ। ਤਾਂ ਵੀ ਕੁਝ ਦਿਨ ਲੰਘ ਗਏ, ਉਹ ਫਿਰ ਹੀ ਗਾਈ ਜਾਂਦਾ ਜਾਨੀ ਕੋ ਜਾਨੀ ਸੇ ਮਿਲਾ ਦੋ। ਰੋਟੀ ਪਾਣੀ ਵੀ ਛੱਡ ਦਿੱਤਾ। ਸਿੱਖਾਂ ਨੂੰ ਪੁੱਛਿਆ, ਮਹਾਰਾਜ ਕਹਿੰਦੇ ਬਈ ਦੱਸੋ ਕਿੱਥੇ ਆ ਫਕੀਰ? ਉਹ ਕਹਿੰਦੇ ਮਹਾਰਾਜ ਉਹਦਾ ਕੰਧੇ ਉੱਲੇ ਬੈਠਾ ਵੀ ਇਹੀ ਕਹੀ ਜਾਂਦਾ ਹੈ। ਕਹਿੰਦੇ ਜਾਓ ਫਿਰ ਉਹਨੂੰ ਕਹਿ ਦਿਓ ਜੇ ਜਾਨੀ ਨੇ ਜਾਨੀ ਨੂੰ ਮਿਲਣਾ ਹੈ ਤੇ ਦਰਿਆ ਵਿੱਚ ਛਾਲ ਮਾਰਦੇ ਜਾ ਕੇ। ਇਸ ਤਰ੍ਹਾਂ ਜਦੋਂ ਸਿੱਖਾਂ ਨੇ ਆਖਿਆ ਜਾ ਕੇ ਵੀ ਮਹਾਰਾਜ ਦਾ ਹੁਕਮ ਹੈ ਵੀ ਜੇ ਜਾਨੀ ਨੂੰ ਮਿਲਣਾ ਹੈ ਛਾਲ ਮਾਰਦੇ ਦਰਿਆ ਵਿੱਚ ਜਾ ਕੇ। ਉਸੇ ਵੇਲੇ ਦੌੜ ਪਿਆ ਉੱਥੋਂ ਦਰਿਆ ਵਿੱਚ ਛਾਲ ਮਾਰਨ ਵਾਸਤੇ। ਮਹਾਰਾਜ ਨੇ ਪਿੱਛੇ ਸਿੱਖਾਂ ਨੂੰ ਭੇਜ ਦਿੱਤਾ। ਜਦੋਂ ਛਾਲ ਮਾਰੇ ਇਹਨੂੰ ਨਾਲ ਹੀ ਲੈ ਆਉਣਾ ਕੱਢ ਕੇ, ਉਹਨੂੰ ਵਾਪਸ ਲੈ ਕੇ ਜਦੋਂ ਛਾਲ ਮਾਰੀ ਫੜ ਲਿਆ ਸਿੱਖਾਂ ਨੇ, ਲੈ ਆਏ। ਫਿਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਇੰਨੀ ਕੋਈ ਤੜਫ ਰੱਖੇ ਸਤਿਗੁਰੂ ਦੇ ਕੋਲ ਆਵੇ, ਸਤਿਗੁਰੂ ਫਿਰ ਉਹਨੂੰ ਨਾਮ ਦ੍ਰਿੜ ਕਰਾ ਦਿੰਦਾ। ਆਉਂਦੇ ਤੇ ਆਪਾਂ ਵੀ ਆ, ਮਾਫ ਕਰਨਾ ਹੁਣ ਸਾਨੂੰ ਵੀ ਕਈ ਸਾਲ ਹੋ ਗਏ ਨੇ, ਆਪਾਂ ਨੂੰ ਕਿੰਨੇ ਸਾਲ ਹੋ ਗਏ ਨੇ ਆਉਂਦੇ ਆ ਬਾਣੀ ਪੜ੍ਹਦੇ ਆ, ਪਰ ਉਹ ਤੜਪ ਪੈਦਾ ਨਹੀਂ ਹੋਈ ਜਿੱਥੇ ਨਾਮ ਸਤਿਗੁਰੂ ਦ੍ਰਿੜ ਕਰਾਉਂਦਾ ਹੈ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਵਿਨਾਸੀ। ਜਦੋਂ ਨਾਮ ਦ੍ਰਿੜ ਹੋ ਗਿਆ ਕੋਈ ਚਿੰਤਾ ਰਹਿਣੀ ਨਹੀਂ। ਜੇ ਆਪਾਂ ਨੂੰ ਚਿੰਤਾ ਫਿਕਰ ਨੇ ਨਾ,
ਸਮਝ ਲਈਏ ਆਪਾਂ ਨੂੰ ਅਜੇ ਨਾਮ ਦ੍ਰਿੜ ਨਹੀਂ ਹੋਇਆ, ਅਜੇ ਆਪਾਂ ਬਾਣੀ ਨਾਲ ਦ੍ਰਿੜਤਾ ਨਾਲ ਨਹੀਂ ਜੁੜੇ। ਜਦੋਂ ਜੁੜ ਗਏ ਫਿਰ ਚਿੰਤਾ ਨਹੀਂ ਰਹਿਣੀ, ਕਿਉਂਕਿ ਮਹਾਰਾਜ ਨੇ ਮੋਹਰ ਲਾ ਦਿੱਤੀ ਪੰਚਮ ਪਾਤਸ਼ਾਹ, ਕਹਿੰਦੇ ਵੀ ਤੁਹਾਡੀ ਚਿੰਤਾ ਕੋਈ ਰਹਿਣੀ ਨਹੀਂ ਜਦੋਂ ਨਾਮ ਦ੍ਰਿੜ ਹੋ ਗਿਆ। ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਨਾਸੀ। ਵਾਹਿਗੁਰੂ ਨੇ ਕਿਰਪਾ ਕਰਕੇ ਆਪਣਾ ਬਣਾ ਲਿਆ ਅਵਨਾਸੀ, ਵਾਹਿਗੁਰੂ ਮਨ ਵਿੱਚ ਆ ਕੇ ਵਸ ਗਿਆ। ਤਾਂ ਕੋ ਬਿਗਨ ਨਾ ਕਹੂ ਲਾਗੈ, ਜੋ ਸਤਿਗੁਰ ਆਪਣੇ ਰਾਖੇ ਉਹਨੂੰ ਫਿਰ ਕੋਈ ਬਿਗਨ ਨਹੀਂ ਲੱਗਦਾ ਜਿਹਨੂੰ ਸਤਿਗੁਰੂ ਰੱਖਦਾ ਹੈ। ਸਤਿਗੁਰੂ ਕਿਹਨੂੰ ਰੱਖਦਾ ਹੈ? ਜਿਹੜਾ ਸਤਿਗੁਰੂ ਦੇ ਹੁਕਮ ਨੂੰ ਮੰਨਣ ਲੱਗ ਜਾਂਦਾ ਹੈ। ਚਰਨ ਕਮਲ ਬਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ। ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਚਰਨ ਕਮਲ ਵਸ ਗਏ, ਉਹਨਾਂ ਨੇ ਅੰਮ੍ਰਿਤ ਰਸ ਨੂੰ ਚਖਿਆ ਹੈ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ। ਹੈ ਸੇਵਕ ਸਦਾ ਆਪਣੇ ਵਾਹਿਗੁਰੂ ਦੀ ਸੇਵਾ ਕਰਿਆ ਕਰ, ਜਿਹਨੇ ਤੇਰੇ ਮਨ ਦੀ ਇਹ ਇੱਛਾ ਪੂਰੀ ਕਰ ਦਿੱਤੀ, ਤੈਨੂੰ ਨਾਮ ਦੇ ਨਾਲ ਜੋੜ ਦਿੱਤਾ ਹੈ। ਵਾਹ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ। ਨਾਨਕ ਦਾਸ ਤਾਂ ਕਹਿ ਬਲਿਆਰੈ, ਜਿਨ ਪੂਰਨ ਪੈਜ ਸਵਾਰੀ। ਦਾਸ ਸੇਵਕ ਉਸ ਵਾਹਿਗੁਰੂ ਤੋਂ ਸਦਾ ਹੀ ਬਲਿਹਾਰ ਹੈ, ਜਿਹਨੇ ਪੂਰਨ ਰੂਪ ਦੇ ਵਿੱਚ ਸੇਵਕਾਂ ਦੀ ਪੈਜ ਨੂੰ ਸਵਾਰਨਾ ਕੀਤਾ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਦੇ ਦੁਆਰਾ ਉਪਦੇਸ਼ ਬਖਸ਼ਿਆ ਹੈ। ਸੋ ਗੁਰਮੁਖੋ, ਗੁਰੂ ਵੱਲੋਂ ਕੋਈ ਕਮੀ ਨਹੀਂ ਹੈ, ਆਪਣੇ ਵਿੱਚ ਹੀ ਕਮੀਆਂ ਹਨ। ਆਪਾਂ ਦ੍ਰਿੜਤਾ ਬਣਾਈਏ, ਬਾਣੀ ਨਾਲ ਜੁੜੀਏ, ਦ੍ਰਿੜ ਇਰਾਦੇ ਨਾਲ ਸ਼ਬਦ ਦੀ ਕਾਲ ਕਮਾਈ ਕਰੀਏ, ਤਾਂ ਜੋ ਸਤਿਗੁਰੂ ਦੀਆਂ ਬਖਸ਼ਿਸ਼ਾਂ ਹੋਣ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।